ਯੂਨੀਵਰਸਿਟੀ ਲੈ ਕੇ ਕੁਝ ਅੱਛੇ ਐਲਾਨ ਕੀਤੇ ਨੇ, ਜਿਵੇਂ ਕਿ ਯੂਨੀਵਰਸਿਟੀ ਜੋ ਕਰਜ਼ਾ ਸੀ ਕਾਫੀ ਟਾਈਮ ਤੋਂ ਦੇਖਦੇ ਹਾਂ ਕਰਜ਼ਾ ਹੌਲੀ ਹੌਲੀ ਵੱਧਦਾ ਜਾ ਰਿਹਾ ਸੀ, 150 ਕਰੋੜ ਦੇ ਕਰੀਬ ਪਹੁੰਚ ਚੁੱਕਿਆ ਹੈ। ਤਾਂ ਉਹਨਾਂ ਕਿਹਾ ਕਿ ਜਿਹੜਾ 150 ਕਰੋੜ ਦਾ ਕਰਜ਼ਾ ਹੈ ਪੰਜਾਬ ਸਰਕਾਰ ਵੱਲੋਂ ਲਾਇਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਨੂੰ ਹਰ ਮਹੀਨੇ 20 ਕਰੋੜ ਗ੍ਰਾਂਟ ਦੇਣ ਦੀ ਵੀ ਗੱਲ ਕੀਤੀ ਹੈ। ਇਸ ਐਲਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਕੱਲਾ ਪੰਜਾਬੀ ਯੂਨੀਵਰਸਿਟੀ ਦੀ ਗੱਲ ਨਹੀਂ ਹੈ, ਮਤਲਬ ਦੁਨੀਆ ਵੀ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪਿਛਲੇ ਕਈ ਸਾਲਾਂ ਤੋਂ ਬਹੁਤ ਕ੍ਰਾਈਸਿਸ 'ਚ ਨੇ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇਸ਼ ਦੀ ਜਾਂ ਕਹਿ ਲਓ ਵਰਲਡ ਦੀਆਂ ਇੱਥੇ ਦੋ ਹੀ ਯੂਨੀਵਰਸਿਟੀਆਂ ਨੇ ਜਿਹੜੀਆਂ ਭਾਸ਼ਾ ਦੇ ਆਧਾਰ 'ਤੇ ਬਣੀਆਂ ਨੇ। ਇੱਕ ਹਿਬਰੂ ਯੂਨੀਵਰਸਿਟੀ ਹੈ ਜਿਹੜੀ ਇਜ਼ਰਾਈਲ 'ਚ, ਔਰ ਇੱਕ ਇਹ ਪੰਜਾਬੀ ਯੂਨੀਵਰਸਿਟੀ। ਬਾਕੀ ਕੋਈ ਯੂਨੀਵਰਸਿਟੀ ਭਾਸ਼ਾ ਦੇ ਆਧਾਰ 'ਤੇ ਨਹੀਂ ਹੈ। ਸੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇਹ ਯੂਨੀਵਰਸਿਟੀ ਬਣਾਈ ਸੀ, ਔਰ ਤੁਸੀਂ ਦੇਖੋ ਬਹੁਤ ਵੱਡਾ ਖਿੱਤਾ ਜਿਹੜਾ ਹੈਗਾ ਇਹ ਕਵਰ ਕਰਦੀ ਹੈ। ਤੁਸੀਂ ਦੇਖੋ ਬਠਿੰਡਾ ਤੱਕ ਜਿਹੜੇ ਹੈਗੇ ਆ ਉਹਦੇ ਕਾਲਜ ਜਿਹੜੇ ਆ ਸਾਰੇ ਇਸ ਨਾਲ ਜੁੜੇ ਹੋਏ ਆ। ਇੱਧਰੋਂ ਮੋਹਾਲੀ ਤੱਕ ਤੋਂ ਲੈ ਕੇ ਬਠਿੰਡੇ ਤੋਂ 250 ਕਿਲੋਮੀਟਰ ਜਿਹੜਾ ਹੈਗਾ ਉਸ ਏਰੀਆ ਨੂੰ ਇਹ ਕਵਰ ਕਰਦੀ ਹੈ ਯੂਨੀਵਰਸਿਟੀ। ਔਰ ਲੇਕਿਨ ਪਿਛਲੇ ਮਤਲਬ ਤੁਸੀਂ ਕਹਿ ਲਓ ਕਿ 8 ਤੋਂ 9 ਸਾਲ ਹੋ ਗਏ ਹੈ ਇੱਕ ਕ੍ਰਾਈਸਿਸ ਲਗਾਤਾਰ ਹੀ ਵਧੀ ਜਾ ਰਿਹਾ, ਬਹੁਤ ਜ਼ਿਆਦਾ ਡੀਪਨ ਹੋ ਰਿਹਾ ਹੈ। ਇਹਦੀ ਆਮਦਨ ਦੀ ਸੋਰਸ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਗਈ, ਮਤਲਬ ਕਈ, ਲੇਕਿਨ ਪਿਛਲੇ ਕੁਝ ਸਮੇਂ ਤੋਂ ਕੁਝ ਵਾਈਸ ਚਾਂਸਲਰਸ ਵੀ ਇੱਦਾਂ ਦੇ ਨਹੀਂ ਆਏ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਚਾਉਣ ਦਾ ਕੋਈ ਯਤਨ ਕੀਤਾ ਹੋਵੇ। ਅਕਾਲੀ ਦਲ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਸੀਐਮ ਚੰਨੀ ਨੂੰ ਟਾਰਗੇਟ ਕੀਤਾ ਗਿਆ ਸੀ, ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਕਿਤੇ ਇਹ ਨਾ ਹੋਵੇ ਕਿ ਸੀਐਮ ਚੰਨੀ ਦਾ ਨਾਮ ਬਦਲ ਕੇ ਐਲਾਨਜੀਤ ਸਿੰਘ ਚੰਨੀ ਰੱਖਣਾ ਪੈ ਜਾਵੇ। ਤਾਂ ਇਸ ਬਾਰੇ ਕੀ ਕਹੋਗੇ? ਦੇਖੋ, ਮੈਂ ਬਾਰ-ਬਾਰ ਇਹੀ ਕਹਿ ਰਿਹਾ ਕਿ ਜਿਹੜਾ ਵੀ ਐਲਾਨ ਹੋ ਰਿਹਾ ਹੈ ਉਹ ਸਾਰੇ ਐਲਾਨ ਹੋ ਰਹੇ ਨੇ ਸਿਰਫ ਔਰ ਸਿਰਫ ਇਲੈਕਸ਼ਨ ਨੂੰ ਲੈ ਕੇ। ਉਹਨਾਂ ਨੂੰ ਵੀ ਪਤਾ ਹੈ ਕਿ ਇਲੈਕਸ਼ਨ ਹੁਣ 'ਚ ਸਿਰਫ ਸਾਡੇ ਕੋਲ ਹੁਣ 1 ਮਹੀਨਾ ਹੀ ਰਹਿ ਗਿਆ। 1 ਮਹੀਨੇ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ, ਉਸ ਤੋਂ ਬਾਅਦ ਸਾਡਾ ਸਾਰਾ ਕੰਮ ਸਟੈਂਡ ਸਟਿਲ ਤੇ ਅੱਜ ਹੀ ਜੋ ਅਨਾਉਂਸਮੈਂਟ ਕਰਨੀ ਹੈ ਕਰ। ਫਿਰ ਜਦੋਂ ਨਵੀਂ ਸਰਕਾਰ ਆਏਗੀ ਫਿਰ ਦੇਖੋ ਕਿ ਪੈਸਾ ਕਿੱਥੋਂ ਲੈ ਕੇ ਆਣਾ ਉਸ ਅਨਾਉਂਸਮੈਂਟਸ ਨੂੰ ਪੂਰਾ ਕਰਨ ਵਾਸਤੇ। ਹਜੇ ਉਹਨਾਂ ਕੋਲੇ ਕੋਈ ਦਿੱਕਤ ਨਹੀਂ ਹੈ। 1 ਮਹੀਨੇ ਜੋ ਵੀ ਐਲਾਨ ਕਰਨ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਅੱਜ 150 ਕਰੋੜ ਰੁਪਏ ਦਾ ਐਲਾਨ ਕਰਤਾ, ਪਰ ਨਾਲ ਹੀ ਕੀ ਕਹਿੰਦਾ ਵੀ 20 ਕਰੋੜ ਰੁਪਇਆ ਹਰ ਮਹੀਨੇ ਮਿਲੇਗਾ। ਤਾਂ ਉਹਨਾਂ ਨੇ ਤਾਂ 20 ਕਰੋੜ ਰੁਪਏ ਇੱਕੋ ਮਹੀਨੇ 'ਚ ਹੀ ਦੇਣਾ ਨਾ, ਤਾਂ 20 ਕਰੋੜ ਤਾਂ ਦੇਣ 'ਚ ਕੋਈ ਦਿੱਕਤ ਨਹੀਂ। 150 ਕਰੋੜ ਦੇਣ ਦੀ ਦਿੱਕਤ ਹੈ। 20 ਕਰੋੜ ਤਾਂ ਕਿਸੇ ਵੀ ਫੰਡ 'ਚੋਂ ਅੱਜ ਉਹ ਦੇ ਦੇਣਗੇ, ਲੇਕਿਨ ਅਗਲੇ ਮਹੀਨੇ ਜਦੋਂ ਕੋਡ ਆਫ ਕੰਡਕਟ ਲੱਗ ਜਾਏਗਾ ਫਿਰ ਉਹਨਾਂ ਨੂੰ ਕੌਣ ਦੇਵੇਗਾ? ਸਰ, ਅੱਜ ਪਟਿਆਲੇ ਦੇ ਵਿੱਚ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਲੱਖਾ ਸਿਧਾਣਾ ਵੀ ਉੱਥੇ ਪਹੁੰਚੇ ਹੋਏ ਸਨ, ਤਾਂ ਉਹਨਾਂ ਨੂੰ ਪਹਿਲਾਂ ਹੀ ਪੁਲਿਸ ਜੋ ਪਟਿਆਲਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਸੀਂ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋਣਗੇ ਜਦੋਂ ਗ੍ਰਿਫਤਾਰ ਕੀਤਾ? ਦੇਖੋ, ਲੱਖਾ ਸਿਧਾਣਾ ਨਾ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦਾ ਜਾਂ ਪੰਜਾਬੀ ਨੂੰ ਉਹਦਾ ਬਣਦਾ ਮਾਣ ਦਰਜਾ ਦਿਵਾਉਣ ਲਈ ਕੰਮ ਕਰ ਰਹੇ ਨੇ। ਤੁਸੀਂ ਦੇਖਿਆ ਉਹਨਾਂ ਨੇ ਰੋਡ ਦੇ ਨਾਲ ਜਿਹੜੇ ਮਤਲਬ ਮੀਲ ਪੱਥਰ ਸੀ ਉਹਨਾਂ 'ਤੇ ਜਿਹੜੇ ਹਿੰਦੀ ਲਿਖੀ ਹੈ ਜਾਂ ਅੰਗਰੇਜ਼ੀ ਲਿਖੀ ਹੈ ਉਹਨਾਂ ਨੂੰ ਮਿਟਾ ਕੇ ਉਹਨਾਂ ਨੇ ਪੰਜਾਬੀ 'ਚ ਕੀਤਾ ਸੀਗਾ। ਤੇ ਮੈਨੂੰ ਲੱਗਦਾ ਵੀ ਸ਼ਾਇਦ ਮੇ ਵੀ ਇੱਕ ਕਾਰਨ ਇਹ ਹੋਏ ਉਹਨਾਂ ਨੂੰ ਅਰੈਸਟ ਕਰਨ ਦਾ ਵੀ ਕਿਤੇ ਆ ਕੇ ਉਹ ਉੱਥੇ ਖਲਲ ਨਾ ਪਾਉਣ। ਇੱਕ ਤਾਂ ਇੱਕ ਕਾਰਨ ਹੋ ਸਕਦਾ ਹੈ। ਦੂਸਰਾ, ਉਹ ਪਿਛਲੇ 1 ਸਾਲ ਤੋਂ ਖੇਤੀ ਅੰਦੋਲਨ ਦੇ ਨਾਲ ਵੀ ਉਨਾ ਹੀ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਹੈ, ਤਾਂ ਹੋ ਸਕਦਾ ਕਿ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਦਿਮਾਗ 'ਚ ਹੋਏ ਸਰਕਾਰ ਦੀ ਗੱਲ ਕਿ ਇਹ ਇੱਥੇ ਆ ਕੇ ਜਿਹੜਾ ਸੀਐਮ ਦਾ ਪ੍ਰੋਗਰਾਮ ਹੈ ਉਹਨੂੰ ਖਰਾਬ ਕਰ ਸਕਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਸਰ, ਅੱਜ ਆਪਾਂ ਨੂੰ ਜਿਵੇਂ ਪਤਾ ਹੈ ਕਿ ਮੁੱਖ ਮੰਤਰੀ ਚੰਨੀ ਜੋ ਨੇ ਉਹ ਪਟਿਆਲੇ ਪਹੁੰਚੇ ਹੋਏ ਨੇ। ਪੰਜਾਬੀ ਯੂਨੀਵਰਸਿਟੀ ਵਿੱਚ ਉਹਨਾਂ ਵੱਲੋਂ ਜੋ ਦੌਰਾ ਕੀਤਾ ਗਿਆ ਤਾਂ ਉੱਥੇ ਉਹਨਾਂ ਯੂਨੀਵਰਸਿਟੀ ਨੂੰ ਲੈ ਕੇ ਕੁਝ ਅੱਛੇ ਐਲਾਨ ਕੀਤੇ ਨੇ, ਜਿਵੇਂ ਕਿ ਯੂਨੀਵਰਸਿਟੀ ਜੋ ਕਰਜ਼ਾ ਸੀ ਕਾਫੀ ਟਾਈਮ ਤੋਂ ਦੇਖਦੇ ਹਾਂ ਕਰਜ਼ਾ ਹੌਲੀ ਹੌਲੀ ਵੱਧਦਾ ਜਾ ਰਿਹਾ ਸੀ, 150 ਕਰੋੜ ਦੇ ਕਰੀਬ ਪਹੁੰਚ ਚੁੱਕਿਆ ਹੈ। ਤਾਂ ਉਹਨਾਂ ਕਿਹਾ ਕਿ ਜਿਹੜਾ 150 ਕਰੋੜ ਦਾ ਕਰਜ਼ਾ ਹੈ ਇਹ ਪੰਜਾਬ ਸਰਕਾਰ ਵੱਲੋਂ ਲਾਇਆ ਜਾਵੇਗਾ। ਤੇ ਇਸ ਦੇ ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਨੂੰ ਹਰ ਮਹੀਨੇ 20 ਕਰੋੜ ਗ੍ਰਾਂਟ ਦੇਣ ਦੀ ਵੀ ਗੱਲ ਕੀਤੀ ਹੈ। ਇਸ ਐਲਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਕੱਲਾ ਪੰਜਾਬੀ ਯੂਨੀਵਰਸਿਟੀ ਦੀ ਗੱਲ ਨਹੀਂ ਹੈ, ਮਤਲਬ ਜਿੰਨੀਆਂ ਵੀ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪਿਛਲੇ
ਕਈ ਸਾਲਾਂ ਤੋਂ ਬਹੁਤ ਕ੍ਰਾਈਸਿਸ 'ਚ ਨੇ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇਸ਼ ਦੀ ਜਾਂ ਕਹਿ ਲਓ ਵਰਲਡ ਦੀਆਂ ਸਿਰਫ 2 ਹੀ ਯੂਨੀਵਰਸਿਟੀਆਂ ਨੇ ਜਿਹੜੀਆਂ ਭਾਸ਼ਾ ਦੇ ਆਧਾਰ ਤੇ ਬਣੀਆਂ ਨੇ। ਇੱਕ ਹਿਬਰੂ ਯੂਨੀਵਰਸਿਟੀ ਹੈ ਜਿਹੜੀ ਇਜ਼ਰਾਈਲ 'ਚ, ਔਰ ਇੱਕ ਇਹ ਪੰਜਾਬੀ ਯੂਨੀਵਰਸਿਟੀ। ਬਾਕੀ ਕੋਈ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਨਹੀਂ ਹੈ। ਸੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਇਹ ਯੂਨੀਵਰਸਿਟੀ ਬਣਾਈ ਸੀ, ਔਰ ਤੁਸੀਂ ਦੇਖੋ ਬਹੁਤ ਵੱਡਾ ਖਿੱਤਾ ਜਿਹੜਾ ਹੈਗਾ ਇਹ ਕਵਰ ਕਰਦੀ ਹੈ। ਤੁਸੀਂ ਦੇਖੋ ਬਠਿੰਡਾ ਤੱਕ ਜਿਹੜੇ ਹੈਗੇ ਆ ਉਹਦੇ ਕਾਲਜ ਜਿਹੜੇ ਆ ਸਾਰੇ ਇਸ ਨਾਲ ਜੁੜੇ ਹੋਏ ਆ। ਇੱਧਰੋਂ ਮੋਹਾਲੀ ਤੱਕ ਤੋਂ ਲੈ ਕੇ ਬਠਿੰਡੇ ਤੋਂ 250 ਕਿਲੋਮੀਟਰ ਜਿਹੜਾ ਹੈਗਾ ਉਸ ਏਰੀਆ ਨੂੰ ਇਹ ਕਵਰ ਕਰਦੀ ਹੈ ਯੂਨੀਵਰਸਿਟੀ। ਔਰ ਲੇਕਿਨ ਪਿਛਲੇ ਮਤਲਬ ਤੁਸੀਂ ਕਹਿ ਲਓ ਕਿ 8 ਤੋਂ 9 ਸਾਲ ਹੋ ਗਏ ਹੈ, ਇਹ ਕ੍ਰਾਈਸਿਸ ਲਗਾਤਾਰ ਹੀ ਵਧੀ ਜਾ ਰਿਹਾ ਹੈ, ਬਹੁਤ ਜ਼ਿਆਦਾ ਡੀਪਨ ਹੋ ਰਿਹਾ। ਇਹਦੀ ਆਮਦਨ ਦੀ ਸੋਰਸ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਕਈ, ਲੇਕਿਨ ਪਿਛਲੇ ਕੁਝ ਸਮੇਂ ਤੋਂ ਕੁਝ ਵਾਈਸ ਚਾਂਸਲਰਸ ਵੀ ਇੱਦਾਂ ਦੇ ਨਹੀਂ ਆਏ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਚਾਉਣ ਦਾ ਕੋਈ ਯਤਨ ਕੀਤਾ ਹੋਵੇ। ਮਤਲਬ ਉਸ ਟੋਟਲੀ ਇਸ ਗੱਲ ਦੇ ਉੱਤੇ ਹੀ ਰਹੇ ਵੀ ਸਰਕਾਰ ਹੀ ਦੇ ਗ੍ਰਾਂਟ ਤਾਂ ਠੀਕ ਹੈ, ਲੇਕਿਨ ਉਹਨਾਂ ਦੀ ਆਪਣੀ ਰਿਸੋਰਸ ਜਿਹੜੀ ਯੂਨੀਵਰਸਿਟੀ ਦੀ ਹੁੰਦੀ ਹੈ ਉਹਨੂੰ ਟੈਪ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਮੈਨੂੰ ਯਾਦ ਹੈ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਆਈ ਸੀ ਤਾਂ ਬੋਪਾਰਾਏ ਸਾਹਿਬ ਨੂੰ SS ਬੋਪਾਰਾਏ ਸਾਹਿਬ ਨੂੰ ਲਗਾਇਆ ਸੀ ਵਾਈਸ ਚਾਂਸਲਰ ਯੂਨੀਵਰਸਿਟੀ ਦਾ, ਤਾਂ ਬਹੁਤ ਜ਼ਿਆਦਾ ਹੋ ਹੱਲਾ ਹੋਇਆ ਸੀ ਵੀ ਇੱਕ ਬਿਊਰੋਕਰੇਟ ਨੂੰ ਕਿਉਂ ਲਗਾਤਾ ਹੈ। ਵੀ ਟੈਕਨੋਕ੍ਰੇਟ ਹੀ ਹੋਣਾ ਚਾਹੀਦਾ ਜਾਂ ਐਜੂਕੇਟਨਿਸਟ ਹੀ ਹੋਣਾ ਚਾਹੀਦਾ ਉੱਥੇ, ਤਾਂ ਇਸ ਗੱਲ ਦਾ ਬਹੁਤ ਰੌਲਾ ਪਿਆ। ਪਰ ਤੁਸੀਂ ਜੇ ਉਹਨਾਂ ਦੀ ਟੈਨਿਓਰ ਦਾ ਹਿੱਸਾ ਦੇਖੋ, ਉਹਨਾਂ ਦੀ ਟੈਨਿਓਰ ਦੇ ਵਿੱਚ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਰੂਰਲ ਸੈਕਟਰ ਦੇ ਵਿੱਚ ਵੀ ਕਾਲਜ ਖੋਲ੍ਹੇ ਵੀ ਤਾਂ ਕਿ ਜਿਹੜਾ ਰੂਰਲ ਸਾਡਾ ਸੈਕਟਰ ਦੇ ਬੱਚੇ ਹੈ ਉਹ ਕਿਤੇ ਨਾ ਕਿਤੇ ਮਤਲਬ ਯੂਨੀਵਰਸਿਟੀ ਦੇ ਨਾਲ ਟਾਈ ਅਪ ਕਰਕੇ ਮਤਲਬ ਯੂਨੀਵਰਸਿਟੀ 'ਚ ਪੜ੍ਹਨ ਦੇ ਯੋਗ ਹੋ ਜਾਣ। ਤਾਂ ਤੁਸੀਂ ਦੇਖੋ ਝੁਨੀਰ ਵਰਗੇ ਮਤਲਬ ਛੋਟੇ ਪਿੰਡਾਂ ਦੇ ਵਿੱਚ ਮਤਲਬ ਕਾਲਜ ਖੁੱਲ੍ਹੇ, ਤਲਵੰਡੀ ਸਾਬੋ ਦੇ ਵਿੱਚ ਕਾਲਜ ਖੁੱਲ੍ਹੇ। ਉਹ ਸਾਰੇ ਦੇ ਸਾਰੇ ਕਾਲਜ ਜਿਹੜੇ ਸੀਗੇ ਉਹ ਉਹਨਾਂ ਨੇ ਡੋਨੇਸ਼ਨ 'ਤੇ ਖੁਲਵਾਏ। ਮਤਲਬ ਉਹਨਾਂ ਨੇ ਆਲ ਓਵਰ ਵਰਲਡ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਹੈ ਉਹਦੇ ਵਿੱਚ ਆਹਵਾਨ ਕੀਤਾ ਕਿ ਅਸੀਂ ਇਹ ਕਰਨ ਜਾ ਰਹੇ ਹਾਂ ਔਰ ਸਾਨੂੰ ਮਦਦ ਦੀ ਲੋੜ ਹੈ। ਬਹੁਤ ਲੋਕਾਂ ਨੇ ਬਹੁਤ ਫੰਡਿੰਗ ਕੀਤੀ, ਯੂਨੀਵਰਸਿਟੀ ਨੂੰ ਡੋਨੇਸ਼ਨ ਦਿੱਤੀ, ਜਿਹਦੇ ਨਾਲ ਮਤਲਬ ਪਿੰਡਾਂ ਦੇ ਵਿੱਚ ਜਿਹੜਾ ਹੈਗੇ ਆ ਇਹ ਕਾਲਜ ਖੁੱਲ੍ਹੇ। ਜ਼ਮੀਨ ਕਾਲਜ ਪੰਚਾਇਤ ਨੇ ਦਿੱਤੀ ਔਰ ਉਹਦੇ ਵਿੱਚ ਕੰਸਟਰਕਸ਼ਨ ਦਾ ਕੰਮ NRIs ਨੇ ਕਰਵਾਇਆ। ਔਰ ਉਹ ਇੱਕ ਇਹੋ ਜਿਹਾ ਟੈਨਿਓਰ ਸੀ ਜਿਹਦੇ ਵਿੱਚ ਯੂਨੀਵਰਸਿਟੀ ਦੁਬਾਰਾ ਆਪਣੇ ਪੈਰਾਂ 'ਤੇ ਖੜੀ ਹੋਣ ਲੱਗ ਗਈ ਸੀਗੀ। ਕੋਈ ਇਹ ਨਹੀਂ ਕਿ ਇਕੱਲਾ ਇੱਥੇ ਦੇਖੋ, ਵਰਲਡ ਓਵਰ ਜਿੰਨੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਮਤਲਬ ਉਹ ਸਾਰੀਆਂ ਡੋਨੇਸ਼ਨ 'ਤੇ ਚੱਲਦੀਆਂ ਨੇ। ਤੁਸੀਂ 2 ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਤੁਸੀਂ ਫੀਸ ਦਾ ਸਟਰਕਚਰ ਐਡਾ ਬਣਾ ਦਿਓ, ਹਾਈ ਕਰ ਦਿਓ ਕਿ ਉਹਦੇ ਨਾਲ ਸਾਰੇ ਖਰਚੇ ਬੀਟ ਹੋਣ, ਜਾਂ ਫਿਰ ਮਤਲਬ ਜਿਹੜੇ ਵੱਡੇ ਇੰਡਸਟਰੀਲਿਸਟ ਨੇ ਜਾਂ ਜਿਨ੍ਹਾਂ ਨੂੰ ਹਿਊਮਨ ਰਿਸੋਰਸ ਤਿਆਰ ਕਰਕੇ ਮਿਲਣਾ ਹੈ। ਦੇਖੋ ਕੋਈ ਵੀ ਇੰਡਸਟਰੀ ਹੈ, ਚਾਹੇ ਪ੍ਰਾਈਵੇਟ ਸੈਕਟਰ ਦੀ ਅਗਰ ਅਸੀਂ ਗੱਲ ਕਰੀਏ, ਅੱਜ ਪ੍ਰਾਈਵੇਟ ਸੈਕਟਰ ਨੂੰ ਕਿਸੇ ਵੀ ਤਰ੍ਹਾਂ ਦੀ ਹਿਊਮਨ ਰਿਸੋਰਸ ਦੀ ਜ਼ਰੂਰਤ ਹੈ। ਅਤੇ ਅਗਰ ਉਹ ਸਰਕਾਰ ਦੇ ਕਾਲਜਾਂ ਤੋਂ ਜਾਂਦਾ ਹੈ ਜਿੱਥੇ ਕਿ ਸਾਰਾ ਪੈਸਾ ਸਰਕਾਰ ਖਰਚ ਕਰਦੀ ਹੈ, ਉਹ 'ਚ ਕੋਈ ਵੀ ਪੈਸਾ ਇੰਡਸਟਰੀ ਨਹੀਂ ਦਿੰਦੀ। ਇੰਡਸਟਰੀ ਨੂੰ ਸਿਰਫ ਉਹ ਤਿਆਰ ਮਤਲਬ ਬੱਚੇ ਮਿਲ ਜਾਂਦੇ ਆ ਕੰਮ ਕਰਨ ਵਾਸਤੇ। ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਉਸ ਇੰਡਸਟਰੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਯੂਨੀਵਰਸਿਟੀਆਂ ਕਾਲਜਾਂ ਨੂੰ ਮਰਨ ਤੋਂ ਬਚਾਏ ਔਰ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹਨਾਂ ਯੂਨੀਵਰਸਿਟੀਆਂ ਨੂੰ ਪੈਸੇ ਦੇ। ਦੇਖੋ ਇੱਕ ਇਹਨਾਂ ਨੂੰ ਇੱਕ ਫੰਡ ਵੀ ਇਹ ਦੇਣਾ ਪੈਂਦਾ ਹੈ, ਉਹਨੂੰ ਮੇਰਾ ਹੁਣ ਨਾਂ ਨਹੀਂ ਯਾਦ ਆ ਰਿਹਾ, CSR। ਉਸ ਫੰਡ ਦੇ ਵਿੱਚੋਂ ਮਤਲਬ ਉਹ ਫੰਡ ਤਾਂ ਹੈ ਕਿ ਇਹ ਸੋਸ਼ਲ ਜਿਹੜੇ ਵੀ ਕੰਮ ਹੈ, ਰਿਸਪੌਂਸਿਬਿਲਿਟੀ ਵਾਲੇ ਕੰਮ ਹੈ ਉਹ ਕਰਨ। ਅਤੇ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਸੋਸ਼ਲ ਰਿਸਪੌਂਸਿਬਿਲਿਟੀ ਕੀ ਹੈ? ਜੇ ਇਹ ਇੰਡਸਟਰੀ ਯੂਨੀਵਰਸਿਟੀਆਂ ਨੂੰ ਕਾਲਜਾਂ ਨੂੰ ਫੰਡਿੰਗ ਕਰੇ ਤਾਂ ਫੀਸ ਦਾ ਸਟਰਕਚਰ ਵੀ ਮਤਲਬ ਇੱਕ ਇਹੋ ਜਿਹਾ ਰੱਖਿਆ ਜਾਏ ਜਿਸ 'ਚ ਸਾਰੇ ਬੱਚੇ ਪੜ੍ਹ ਸਕਣ, ਕੋਈ ਬੋਝ ਨਾ ਆਵੇ ਕਿ ਯੂਨੀਵਰਸਿਟੀਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ ਜਾਂ ਕਿਸੇ ਵੀ ਦੇ ਉੱਤੇ ਵੀ। ਤਾਂ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਬੈਟਰ ਤਰੀਕਾ। ਇਹਦੇ ਨਾਲ ਕੀ ਹੋਊਗਾ ਕਿ ਕਾਲਜ ਯੂਨੀਵਰਸਿਟੀਆਂ ਵੀ ਬਚਣਗੀਆਂ
ਔਰ ਅੱਛਾ ਇਨਫਰਾਸਟ੍ਰਕਚਰ ਮਿਲੂਗਾ। ਹੁਣ ਦੇਖੋ ਬਹੁਤ ਸਾਰੇ ਕਾਲਜ ਨੇ ਪਿਛਲੇ 1997 ਤੋਂ ਲੈ ਕੇ 2002 ਤੋਂ ਬਾਅਦ ਜਦੋਂ ਰਵੀ ਸਿੱਧੂ ਦਾ ਕੇਸ ਹੋਇਆ ਸੀ ਉਸ ਤੋਂ ਬਾਅਦ ਸਾਰੇ ਦੇ ਸਾਰੇ ਜਿੰਨੀ ਨਵੀਂ ਭਰਤੀ ਹੋਈ ਸੀ ਸਾਰੀ ਸਕ੍ਰੈਪ ਕਰਤੀ ਸੀ। ਹਾਂਜੀ, ਉਸ ਤੋਂ ਉਹ ਅੱਜ ਵੀ ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ। ਹਜੇ ਤੱਕ ਕਾਲਜਾਂ ਨੂੰ ਮਤਲਬ ਇੰਨੇ ਸਾਲ 'ਚ ਤੁਸੀਂ ਦੇਖੋ ਵੀ ਅੱਜ ਹੁਣ ਲਗਭਗ 19 ਸਾਲ ਹੋ ਗਏ, ਅਜੇ ਤੱਕ ਕਾਲਜਾਂ ਨੂੰ ਨਵੇਂ ਟੀਚਰ ਨਹੀਂ ਮਿਲੇ, ਪਰਮਾਨੈਂਟ ਟੀਚਰ। ਤੁਸੀਂ ਦੇਖੋ ਵੀ ਇਹਦਾ ਅਸਰ ਕੀ ਹੋ ਰਿਹਾ ਕਾਲਜਾਂ ਦੇ ਵਿੱਚ। ਸੇਮ ਹੀ ਯੂਨੀਵਰਸਿਟੀ ਦਾ ਹੈ। ਤੁਸੀਂ ਯੂਨੀਵਰਸਿਟੀ ਦੇ ਟੀਚਰ ਨੂੰ ਮਤਲਬ ਪੱਕੇ ਕਰਨ ਦੀ ਬਜਾਏ ਉਹਨਾਂ ਨੂੰ ਕੰਟਰੈਕਟ ਤੇ ਰੱਖੋ ਜਾਂ ਜਿਸ ਤਰ੍ਹਾਂ ਫੈਲੋ ਜਿਹੜੇਸ਼ਿਪਸ ਹੈਗੇ ਉਹਨਾਂ ਨਾਲ ਕੰਮ ਚਲਾਓ, ਤਾਂ ਉਹਦੇ ਨਾਲੋਂ ਮੈਨੂੰ ਲੱਗਦਾ ਕਿ ਇਹ ਤਰੀਕੇ ਜ਼ਿਆਦਾ ਬੈਟਰ ਨੇ। ਚਾਹੇ ਤੁਸੀਂ ਡੋਨੇਸ਼ਨਸ ਦੇ ਲਈ ਕੰਮ ਕਰਨ, ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਜਿਹੜਾ ਵੀ ਬੰਦਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਦਾ ਹੈ ਉਹ ਦੇਖੋ ਕੋਈ ਛੋਟੀ ਮੋਟੀ ਹਸਤੀ ਤਾਂ ਹੁੰਦਾ ਨਹੀਂ ਹੈ। ਸਮਾਜ ਦੀ ਉਹ ਇੱਕ ਇਹੋ ਜਿਹੀ ਹਸਤੀ ਹੈ ਜਿਹਦਾ ਮਤਲਬ ਬਹੁਤ ਵਿਆਪਕ ਅਸਰ ਹੈ ਪੂਰੀ ਸੁਸਾਇਟੀ ਦੇ ਉੱਤੇ। ਤਾਂ ਉਹ ਕਿਸੇ ਨੂੰ ਵੀ ਅਗਰ ਇਸ ਗੱਲ ਲਈ ਪ੍ਰੇਰਿਤ ਕਰੇ ਕਿ ਜੀ ਤੁਸੀਂ ਯੂਨੀਵਰਸਿਟੀਆਂ ਦੀ ਮਦਦ ਕਰੋ, ਹੈ ਨਾ, ਕੈਂਪਸ ਨੂੰ ਬਣਾਉਣ 'ਚ ਮਦਦ ਕਰੋ, ਨਵੇਂ ਕੋਰਸਸ ਸ਼ੁਰੂ ਕਰਨ 'ਚ ਮਦਦ ਕਰੋ, ਇੰਡਸਟਰੀ ਨੂੰ ਉਹ ਕਹੇ ਵੀ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਹਿਊਮਨ ਰਿਸੋਰਸ ਚਾਹੀਦਾ, ਅਸੀਂ ਤੁਹਾਨੂੰ ਤਿਆਰ ਕਰਕੇ ਦਿੰਦੇ ਹਾਂ, ਤੁਸੀਂ ਸਾਨੂੰ ਉਹਦੇ ਵਿੱਚ ਮਦਦ ਕਰੋ। ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਡਸਟਰੀ ਜਾਂ NRI ਭਰਾ ਸਾਡੇ ਉਹ ਕੋਈ ਮਨਾ ਕਰਦੇ ਆ। ਮੈਂ ਤੁਹਾਨੂੰ ਬੋਪਾ ਰਾਏ ਸਾਹਿਬ ਦੀ ਉਦਾਹਰਣ ਦਿੱਤੀ ਹੈ। ਬੋਪਾ ਰਾਏ ਸਾਹਿਬ ਨੇ ਸਟੈਬਲਿਸ਼ ਕੀਤਾ ਇਸ ਚੀਜ਼ ਨੂੰ। ਉਹਨਾਂ ਨੇ ਜਿੱਥੇ ਪਿੰਡਾਂ ਦੇ ਵਿੱਚ ਕਾਲਜ ਖੋਲ੍ਹ ਕੇ, ਟੈਕਨੀਕਲ ਕਾਲਜ ਖੋਲ੍ਹ ਕੇ, ਇੰਜੀਨੀਅਰਿੰਗ ਕਾਲਜ ਖੋਲ੍ਹ ਕੇ ਮਤਲਬ ਲੋਕਾਂ ਨੂੰ ਇਸ ਜੋਗੇ ਬਣਾਇਆ, ਸਾਡੇ ਪਿੰਡਾਂ ਦੇ ਬੱਚਿਆਂ ਨੂੰ, ਕਿ ਉਹ ਵੀ ਇੰਜੀਨੀਅਰਿੰਗ ਕਾਲਜ 'ਚ ਦਾਖਲ ਹੋ ਸਕਣ ਅਤੇ ਆਪਣੇ ਇੰਜੀਨੀਅਰ ਬਣ ਸਕਣ। ਨਹੀਂ ਤਾਂ ਤੁਸੀਂ ਦੇਖੋ ਪਿਛਲੇ ਕਈ ਸਾਲਾਂ ਤੋਂ ਸਾਡੇ ਰੂਰਲ ਸੈਕਟਰ 'ਚੋਂ ਨਾ ਤਾਂ ਮੈਡੀਕਲ ਸੈਕਟਰ ਦੇ ਵਿੱਚ ਬੰਦੇ ਜਾ ਰਹੇ ਨੇ, ਨਾ ਇੰਜੀਨੀਅਰਿੰਗ ਸੈਕਟਰ ਦੇ ਵਿੱਚ ਬੰਦੇ ਜਾ ਰਹੇ ਨੇ। ਤਾਂ ਉਹਦਾ ਅਸਰ ਇਹ ਹੋ ਰਿਹਾ ਹੈ ਕਿ ਸਾਡੇ ਜਿਹੜੀ ਇਹ ਸਾਰੀ ਬੋਝ ਹੈਗਾ, ਮਤਲਬ ਦੇਖੋ ਟੀਚਰ ਤਾਂ ਰੱਖੇ ਹੀ ਹੋਏ ਨੇ, ਉਹਨਾਂ ਦਾ ਖਰਚਾ ਤਾਂ ਹੈ ਹੀ ਹੈ, ਉਸ ਸੈਕਟਰ 'ਚ ਤੁਹਾਡੇ ਕੋਲ ਬੱਚਾ ਨਹੀਂ ਆ ਰਿਹਾ, ਤਾਂ ਫਿਰ ਉਹਦਾ ਅਸਰ ਇਹ ਹੋ ਰਿਹਾ ਕਿ ਯੂਨੀਵਰਸਿਟੀਆਂ ਡੇ ਬਾਈ ਡੇ ਜਿਹੜੀ ਹੈ ਕ੍ਰਾਈਸਿਸ 'ਚ ਜਾਈ ਜਾ ਰਹੀਆਂ ਨੇ। ਤਾਂ ਠੀਕ ਹੈ, ਔਰ ਇਹ ਚੰਨੀ ਸਾਹਿਬ ਨੇ ਅੱਜ ਅਨਾਊਂਸ ਕੀਤਾ ਹੈ, ਪਰ ਮੈਨੂੰ ਇਹ ਲੱਗਦਾ ਕਿ ਇਹ ਅਨਾਊਂਸਮੈਂਟ ਹੀ ਹੋ ਕੇ ਰਹਿ ਜਾਣੀ ਹੈ, ਕਿਉਂਕਿ ਮੈਂ ਦੇਖ ਰਿਹਾ ਕਿ ਜਿਸ ਹਿਸਾਬ ਨਾਲ ਲਗਾਤਾਰ ਅਨਾਊਂਸਮੈਂਟਸ ਹੋ ਰਹੀਆਂ ਨੇ ਔਰ ਆਮਦਨੀ ਦੇ ਸੋਰਸ ਵਧਾਉਣ ਲਈ ਕੋਈ ਸਰਕਾਰ ਵੀ ਕਦਮ ਨਹੀਂ ਚੁੱਕ ਰਹੀ, ਤਾਂ ਮੈਨੂੰ ਉਸ ਚੀਜ਼ ਨੂੰ ਦੇਖ ਕੇ, ਉਸ ਸਿਚੁਏਸ਼ਨ ਨੂੰ ਦੇਖ ਕੇ ਮੈਨੂੰ ਇਹ ਲੱਗਦਾ ਵੀ ਕਿਤੇ ਇਹ ਜਿਹੜਾ ਹੈਗਾ ਸਿਰਫ ਔਰ ਸਿਰਫ ਐਲਾਨ ਨਾ ਹੋ ਕੇ ਰਹਿ ਜੇ। 150 ਕਰੋੜ ਰੁਪਇਆ ਕੋਈ ਛੋਟੀ ਅਮਾਊਂਟ ਨਹੀਂ ਹੁੰਦੀ ਹੈਗੀ। ਤੁਸੀਂ ਕਿਹਾ ਵੀ ਹਰ ਮਹੀਨੇ 20 ਕਰੋੜ ਰੁਪਏ ਦਾ, ਇਟ ਮੀਨਸ ਕਿ ਜਿਹੜਾ ਤੁਹਾਡੇ 8 ਮਹੀਨਿਆਂ ਦੇ ਵਿੱਚ ਹੀ ਉਹ ਕਰਜ਼ਾ ਖਤਮ ਹੋ ਜਾਏਗਾ। ਅਤੇ 8 ਮਹੀਨੇ ਸਰਕਾਰ ਦੇਗੀ ਕਿ ਨਹੀਂ ਦੇਗੀ, ਇਹ ਮੈਨੂੰ ਇਸ 'ਤੇ ਥੋੜ੍ਹਾ ਜਿਹਾ ਸ਼ੱਕ ਹੈ। ਸਰ, ਤੁਸੀਂ ਗੱਲ ਕੀਤੀ ਐਲਾਨ ਕਰਨ ਦੀ, ਤਾਂ ਆਪਾਂ ਦੇਖਿਆ ਕੱਲ੍ਹ ਅਕਾਲੀ ਦਲ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ CM ਚੰਨੀ ਨੂੰ ਟਾਰਗੇਟ ਕੀਤਾ ਗਿਆ ਸੀ, ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਕਿਤੇ ਇਹ ਨਾ ਹੋਵੇ ਕਿ CM ਚੰਨੀ ਦਾ ਨਾਮ ਬਦਲ ਕੇ ਐਲਾਨਜੀਤ ਸਿੰਘ ਚੰਨੀ ਰੱਖਣਾ ਪੈ ਜਾਵੇ। ਤਾਂ ਇਸ ਬਾਰੇ ਕੀ ਕਹੋਗੇ? ਦੇਖੋ, ਮੈਂ ਬਾਰ-ਬਾਰ ਇਹੀ ਕਹਿ ਰਿਹਾ ਕਿ ਜਿਹੜਾ ਵੀ ਐਲਾਨ ਹੋ ਰਿਹਾ ਹੈ ਉਹ ਸਾਰੇ ਐਲਾਨ ਹੋ ਰਹੇ ਨੇ ਸਿਰਫ ਔਰ ਸਿਰਫ ਇਲੈਕਸ਼ਨ ਨੂੰ ਦੇ ਕੇ। ਉਹਨਾਂ ਨੂੰ ਵੀ ਪਤਾ ਹੈ ਕਿ ਇਲੈਕਸ਼ਨ ਹੁਣ 'ਚ ਸਿਰਫ ਸਾਡੇ ਕੋਲ ਹੁਣ 1 ਮਹੀਨਾ ਹੀ ਰਹਿ ਗਿਆ। 1 ਮਹੀਨੇ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ, ਉਸ ਤੋਂ ਬਾਅਦ ਸਾਡਾ ਸਾਰਾ ਕੰਮ ਸਟੈਂਡ ਸਟਿਲ ਹੈ। ਅਤੇ ਅੱਜ ਹੀ ਜੋ ਅਨਾਊਂਸਮੈਂਟ ਕਰਨੀ ਹੈ ਕਰ ਦਿਓ, ਫਿਰ ਜਦੋਂ ਨਵੀਂ ਸਰਕਾਰ ਆਏਗੀ ਫਿਰ ਦੇਖਾਂਗੇ ਕਿ ਪੈਸਾ ਕਿੱਥੋਂ ਲੈ ਕੇ ਆਉਣਾ ਉਸ ਅਨਾਊਂਸਮੈਂਟਸ ਨੂੰ ਪੂਰਾ ਕਰਨ ਵਾਸਤੇ। ਹਜੇ ਉਹਨਾਂ ਕੋਲੇ ਕੋਈ ਦਿੱਕਤ ਨਹੀਂ ਹੈ। 1 ਮਹੀਨੇ ਜੋ ਵੀ ਐਲਾਨ ਕਰਨ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਅੱਜ 150 ਕਰੋੜ ਰੁਪਏ ਦਾ ਐਲਾਨ ਕਰਤਾ, ਪਰ ਨਾਲ ਹੀ ਕੀ कहता ਵੀ 20 ਕਰੋੜ ਰੁਪਇਆ ਹਰ ਮਹੀਨੇ ਮਿਲੇਗਾ, ਤਾਂ ਉਹਨਾਂ ਨੇ ਤਾਂ 20 ਕਰੋੜ ਰੁਪਏ ਇੱਕੋ ਮਹੀਨੇ 'ਚ ਹੀ ਦੇਣਾ ਨਾ। ਤਾਂ 20 ਕਰੋੜ ਤਾਂ ਦੇਣ 'ਚ ਕੋਈ ਦਿੱਕਤ ਨਹੀਂ, 150 ਕਰੋੜ ਦੇਣ ਦੀ ਦਿੱਕਤ ਹੈ। 20 ਕਰੋੜ ਤਾਂ ਕਿਸੇ ਵੀ ਫੰਡ 'ਚੋਂ ਅੱਜ ਉਹ ਦੇ ਦੇਣਗੇ, ਲੇਕਿਨ ਅਗਲੇ ਮਹੀਨੇ ਜਦੋਂ ਕੋਡ ਆਫ ਕੰਡਕਟ ਲੱਗ ਜਾਏਗਾ ਫਿਰ ਉਹਨਾਂ ਨੂੰ ਕੌਣ ਦੇਗਾ? ਫਿਰ ਤਾਂ ਫਾਈਨਾਂਸ ਡਿਪਾਰਟਮੈਂਟ ਨੇ ਵੀ ਹੱਥ ਖੜੇ ਕਰ ਦੇਣੇ ਵੀ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਹੈ ਦੇਣ ਲਈ। ਤਾਂ ਮੈਂ ਇਹੀ ਗੱਲ ਬਾਰ-ਬਾਰ ਕਹਿ ਰਿਹਾ ਹਾਂ ਵੀ ਅਨਾਊਂਸਮੈਂਟਸ ਉਹ ਕਰੋ ਜਿਹੜੀਆਂ ਪੂਰੀਆਂ ਹੋ ਸਕਦੀਆਂ ਨੇ। ਮੈਂ ਦੇਖੋ ਇਹ ਨਹੀਂ ਕਿ ਇਕੱਲੇ ਕੇਜਰੀਵਾਲ ਸਾਹਿਬ ਇਹ ਕਰ ਰਹੇ ਆ, ਚਾਹੇ ਸੁਖਬੀਰ ਬਾਦਲ ਹੋਣੀ ਹੈ, ਉਹਨਾਂ ਨੇ ਵੀ ਆਪਣਾ, ਤੁਸੀਂ ਯਾਦ ਹੋਊਗਾ 13 ਪ੍ਰੋਗਰਾਮ ਇੱਕ ਵਾਰੀ ਜਾਰੀ ਕੀਤਾ ਸੀਗਾ, 2-3 ਮਹੀਨੇ ਹੋ ਗਏ ਆ। ਉਹਨਾਂ ਨੇ ਵੀ ਇਹੀ ਕਿਹਾ ਜੀ
ਹਰ ਘਰ ਦੇ ਵਿੱਚ 2500 ਰੁਪਇਆ ਮਿਲੇਗਾ ਜਿਹੜੀ ਲੇਡੀ ਮੁਖੀਆ ਹੋਏਗੀ, ਹੈ ਨਾ ਜੀ। 400 ਯੂਨਿਟ ਫ੍ਰੀ ਦੇ ਦਿੱਤੇ ਜਾਣਗੇ ਬਿਜਲੀ ਦੇ ਜੀ। ਤਾਂ ਉਹ ਵੀ ਤਾਂ ਸਾਰੀਆਂ ਹੀ ਅਨਾਉਂਸਮੈਂਟਸ ਜਿੰਨੀਆਂ ਨੇ ਉਹ ਸਾਰੀਆਂ ਦੀ ਸਾਰੀਆਂ ਇਹੀ ਨੇ ਜਿੱਥੇ ਤੁਹਾਨੂੰ ਪੈਸੇ ਦੀ ਲੋੜ ਹੈ। ਤੇ ਫਿਰ ਤੁਸੀਂ ਪੈਸਾ ਲੈ ਕੇ ਕਿੱਥੋਂ ਆਓਗੇ? ਆਲਰੇਡੀ ਜਿਹੜਾ ਸਾਡੀ ਸਰਕਾਰ ਮੇਰਾ ਖਿਆਲ ਹੈ 3 ਲੱਖ ਕਰੋੜ ਰੁਪਏ ਦੇ ਕਰਜ਼ੇ ਥੱਲੇ ਆਲਰੇਡੀ ਹੈਗੀ ਹੈ। ਹਾਂਜੀ 3 ਲੱਖ ਕਰੋੜ ਦਾ ਕਰਜ਼ੇ ਦਾ ਮਤਲਬ ਇਹ ਹੈ ਕਿ ਤੁਸੀਂ 25 ਤੋਂ 30 ਹਜ਼ਾਰ ਕਰੋੜ ਰੁਪਏ ਦਾ ਤੁਹਾਨੂੰ ਹਰ ਸਾਲ ਵਿਆਜ ਦਾ ਚਾਹੀਦਾ ਹੈ ਪੇ ਕਰਨਾ ਜਿਹੜਾ। ਤੇ ਤੁਹਾਡੀ ਟੋਟਲ ਸਾਰੇ ਸੋਰਸਾਂ ਤੋਂ ਆਮਦਨੀ ਜਿਹੜੀ ਹੈਗੀ ਹੈ ਉਹ ਤਾਂ ਜੇ 50 ਕਰੋੜ ਵੀ ਕ੍ਰਾਸ ਨਹੀਂ ਕਰ ਰਹੀ। 25 ਕਰੋੜ ਤੁਸੀਂ ਉਸ 'ਚੋਂ ਵਿਆਜ ਦੇਤਾ, 14,000 ਕਰੋੜ ਦੀ ਤੁਸੀਂ ਸਬਸਿਡੀਆਂ ਦੇਤੀਆਂ, 27,000 ਕਰੋੜ ਦੀ ਤੁਸੀਂ ਕੀ ਨਾਮ ਹੈ ਤਨਖਾਹਾਂ ਦੇਤੀਆਂ। ਇਹ ਤਾਂ ਤੁਹਾਡੀਆਂ 3 ਮੈਂ ਉਹ ਕਮਿਟਡ ਲਾਇਬਿਲਟੀਜ਼ ਦੱਸੀਆਂ ਨੇ ਜਿਹੜੀਆਂ ਚੇਂਜ ਨਹੀਂ ਹੋ ਸਕਦੀਆਂ। ਹਾਂਜੀ ਜਿਨ੍ਹਾਂ 'ਚ 1 ਰੁਪਈਆ ਵੀ ਤੁਸੀਂ ਘਟਾ ਨਹੀਂ ਸਕਦੇ, 1 ਰੁਪਈਆ ਵੀ ਤੁਸੀਂ ਵਧਾ ਨਹੀਂ ਸਕਦੇ। ਵਧਾਓ ਤਾਂ ਸੌਰੀ ਜਿੰਨਾ ਮਰਜ਼ੀ, ਲੇਕਿਨ ਤੁਸੀਂ ਘਟਾ 1 ਪੈਸਾ ਨਹੀਂ ਸਕਦੇ। ਜਦੋਂ ਇਹ 3 ਲਾਇਬਿਲਟੀਆਂ ਹੀ ਜਿਹੜੀਆਂ ਨੇ ਉਹ ਤੁਹਾਡਾ ਸਾਰੇ ਦਾ ਸਾਰਾ ਮਤਲਬ ਆਮਦਨੀ ਚੱਟ ਕਰ ਜਾਣਗੀਆਂ ਤਾਂ ਤੁਸੀਂ ਡਿਵੈਲਪਮੈਂਟ ਕਿਹਦੀ ਕਰੋਗੇ? ਕੈਪੀਟਲ ਐਕਸਪੈਂਡੀਚਰ ਕਿਹਦਾ ਬਣਾਓਗੇ? ਕਿੱਥੋਂ ਤੁਸੀਂ ਸੜਕਾਂ ਲਈ ਪੈਸਾ ਲੈ ਕੇ ਆਓਗੇ? ਕਿੱਥੋਂ ਤੁਸੀਂ ਪੁਲਾਂ ਵਾਸਤੇ ਪੈਸਾ ਲੈ ਕੇ ਆਓਗੇ? ਹੋਰ ਜਿਹੜੇ ਵੀ ਡਿਵੈਲਪਮੈਂਟ ਦੇ 100 ਕੰਮ ਨੇ ਉਹ ਕਿਸ ਤਰ੍ਹਾਂ ਕਰੋਗੇ? ਪਿੰਡਾਂ 'ਚ ਪਾਣੀ ਪਹੁੰਚਾਉਣਾ ਹੈ ਤੁਸੀਂ, ਸ਼ਹਿਰਾਂ ਦੇ ਵਿੱਚ ਪਾਣੀ ਪਹੁੰਚਾਉਣਾ ਤੁਸੀਂ, ਉਹ ਕਿੱਥੋਂ ਆਊਗਾ ਫਿਰ? ਸੋ ਮੈਂ ਇਹੀ ਜਿੰਨਾ ਵੀ ਹੁਣ ਤੱਕ ਦੇਖ ਰਿਹਾ, ਚਾਹੇ ਉਹ ਕੇਜਰੀਵਾਲ ਸਾਹਿਬ ਹੋਣ, ਚਾਹੇ ਉਹ ਸੁਖਬੀਰ ਬਾਦਲ ਹੋਣੀ ਹੋਣ, ਚਾਹੇ ਚਰਨਜੀਤ ਚੰਨੀ ਹੋਣ, ਕੋਈ ਹੋਵੇ, ਸਿਵਾਏ ਮੈਨੂੰ ਇਹ ਹੁਣ ਤੱਕ ਲੱਗ ਰਿਹਾ ਕਿ ਸਿਵਾਏ ਨਵਜੋਤ ਸਿੱਧੂ ਤੋਂ ਹੋਰ ਮੈਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਦਿਖ ਰਿਹਾ ਜਿਹੜਾ ਆਮਦਨੀ ਵਧਾਉਣ ਦੀ ਗੱਲ ਕਰ ਰਿਹਾ ਹੈ। ਹਾਂਜੀ ਤੁਸੀਂ ਅਗਰ ਉਹਦੇ ਨਵਜੋਤ ਸਿੱਧੂ ਦੇ ਅਗਰ ਅਨਾਊਂਸ ਮਤਲਬ ਜਿੰਨੇ ਵੀ ਉਹ ਭਾਸ਼ਣ ਸੁਣੇ ਹੋਣ ਤਾਂ ਉਹ ਕੋਈ ਅਨਾਊਂਸਮੈਂਟ ਨਹੀਂ ਕਰਦੇ ਵੀ ਮੈਂ ਜੀ ਆਹ ਫ੍ਰੀ ਦੇ ਦੂੰਗਾ, ਮੈਂ ਜੀ ਆਹ ਫ੍ਰੀ ਕਰ ਦੂੰਗਾ, ਮੈਂ 100 ਰੁਪਏ 'ਚ ਕੇਬਲ ਦੇ ਦੂੰਗਾ, ਮੈਂ ਬੱਸਾਂ 'ਚ ਫ੍ਰੀ ਕਰ ਦੂੰਗਾ। ਉਹ ਤੁਸੀਂ ਇੱਦਾਂ ਦੀ ਅਨਾਊਂਸਮੈਂਟ ਕੋਈ ਨਹੀਂ ਸੁਣੋਗੇ ਉਹਨਾਂ ਦੇ ਮੂੰਹ 'ਚੋਂ। ਉਹ ਕੀ ਗੱਲ ਕਰ ਰਹੇ ਹੈ? ਮੈਂ ਰੇਤਾ ਬਜਰੀ ਦਾ ਮਾਫੀਆ ਖਤਮ ਕਰੂੰਗਾ ਤਾਂ ਆਮਦਨ ਵਧੂਗੀ। ਹਾਂਜੀ ਮੈਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਂਗਾ ਤਾਂ ਮੈਂ ਉਹਦੀ ਆਮਦਨ ਵਧਾਊਂਗਾ ਸਟੇਟ ਦੀ। ਮੈਂ ਰੇਤੇ ਦੀ ਕਾਰਪੋਰੇਸ਼ਨ ਬਣਾਉਂਗਾ ਤਾਂ ਉਹਦੇ ਨਾਲ ਆਮਦਨ ਵਧਾਊਂਗਾ ਸਟੇਟ ਦੀ। ਉਹ ਜਿੰਨੀ ਵੀ ਗੱਲ ਕਰ ਰਹੇ ਨੇ, ਅਗਰ ਤੁਸੀਂ ਉਹਨਾਂ ਦੇ ਭਾਸ਼ਣਾਂ ਨੂੰ ਗੌਰ ਨਾਲ ਸੁਣੋ ਤਾਂ ਸਿਵਾਏ ਉਹ ਸਟੇਟ ਦੀ ਆਮਦਨੀ ਵਧਾਉਣ 'ਚ ਤੋਂ ਇਲਾਵਾ ਕੁਝ ਨਹੀਂ ਕਹਿ ਰਹੇ। ਹਾਂਜੀ ਤੁਸੀਂ ਨੋਟ ਕੀਤਾ ਹੋਣਾ। ਹਾਂਜੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਹੁਣ ਇੱਕ ਇਹੋ ਜਿਹੇ ਹੀ ਲੀਡਰ ਦੀ ਲੋੜ ਹੈ ਜਿਹੜਾ ਇਸ ਤਰ੍ਹਾਂ ਦਾ ਰੋਡ ਮੈਪ ਦੇਵੇ। ਹੁਣ ਤੁਸੀਂ ਕੇਜਰੀਵਾਲ ਸਾਹਿਬ ਨੇ ਕੱਲ ਕਹਿਤਾ ਵੀ ਹਰ ਲੇਡੀ ਨੂੰ 1,000 ਰੁਪਏ ਦਿੱਤਾ ਜਾਊਗਾ। ਹਾਂਜੀ ਹੁਣ ਅਸੀਂ ਅਗਰ 1 ਕਰੋੜ ਵੀ ਮੰਨ ਲਈਏ, 20 ਕਰੋੜ ਲੇਡੀਜ਼ ਹੈਗੀਆਂ ਨੇ ਸਾਡੇ, ਤੁਸੀਂ 20% ਲੇਡੀਜ਼ ਨੂੰ ਕੱਢ ਦਿਓ ਵੀ ਜੀ ਉਹ ਨੌਕਰੀਆਂ ਕਰ ਰਹੀਆਂ ਨੇ, ਉਹ ਆਪਣੇ ਕੰਮ ਧੰਦੇ ਕਰ ਰਹੀਆਂ ਨੇ, ਉਹ ਕੁਝ ਵੀ ਕਰ ਰਹੀਆਂ ਨੇ। ਸਿਰਫ 80 ਨੂੰ ਲਗਾਓ ਵੀ 80 ਨੂੰ ਚਾਹੀਦਾ ਸਾਨੂੰ ਤਾਂ ਉਹ ਦੇਣਾ ਹੀ ਹੈ ਦੇਣਾ, ਤਾਂ ਵੀ ਤੁਹਾਨੂੰ 8,000 ਕਰੋੜ ਰੁਪਈਆ ਚਾਹੀਦਾ। 8,000 ਕਰੋੜ ਰੁਪਏ ਐਨੂਅਲ। ਇਹ ਕਿੱਥੋਂ ਲੈ ਕੇ ਆਓਗੇ? ਕੀ ਤੁਸੀਂ ਦੱਸਿਆ ਵੀ ਜੀ ਮੈਂ ਇਹ ਜਿਹੜਾ 8,000 ਕਰੋੜ ਰੁਪਈਆ ਮੈਂ ਇੱਥੋਂ ਲੈ ਕੇ ਆਊਂਗਾ? ਤੁਸੀਂ ਲੋਕਾਂ ਨੂੰ ਜਦੋਂ ਇਸ ਕਿਸਮ ਦੀ ਅਨਾਊਂਸਮੈਂਟ ਕਰਦੇ ਹੋ ਤਾਂ ਨਾਲ ਰੋਡ ਮੈਪ ਵੀ ਦਿਓ ਨਾ ਵੀ ਮੈਂ 300 ਯੂਨਿਟ ਬਿਜਲੀ ਫ੍ਰੀ ਦਊਂਗਾ ਜੀ, ਉਹਦੇ ਤੇ ਇੰਨਾ ਖਰਚਾ ਆ ਰਿਹਾ। 3316 ਕਰੋੜ ਰੁਪਈਆ ਹੁਣ ਚੰਨੀ ਸਾਹਿਬ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਕਿ 300 ਯੂਨਿਟ ਜੇ ਫ੍ਰੀ ਹੋਊਗੀ ਤਾਂ ਉਹਦੇ ਨਾਲ 3316 ਕਰੋੜ ਰੁਪਈਆ, ਸੌਰੀ ਉਹਨਾਂ ਨੇ 3 ਰੁਪਏ ਯੂਨਿਟ ਘਟਾਇਆ, ਉਹਨਾਂ ਨੇ 3 ਰੁਪਏ ਯੂਨਿਟ ਘਟਾਇਆ ਤਾਂ ਉਹਦੇ ਨਾਲ 3316 ਕਰੋੜ ਰੁਪਈਆ ਖਰਚਾ ਸਾਡੇ ਤੇ ਆਏਗਾ, ਮਤਲਬ ਲੋਕਾਂ ਦੇ ਉੱਤੇ ਬੋਝ ਆਏਗਾ, ਖਜ਼ਾਨੇ ਦੇ ਉੱਤੇ ਬੋਝ ਆਏਗਾ। ਹੁਣ ਤੁਸੀਂ ਦੇਖੋ ਵੀ ਜੇ ਅਸੀਂ 300 ਯੂਨਿਟ ਫ੍ਰੀ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਕਿੱਥੇ ਜਾਏਗਾ? ਤਾਂ ਉਹ ਕਿੱਥੋਂ ਆਏਗਾ ਪੈਸਾ? ਕੀ ਤੁਸੀਂ ਉਹਦਾ ਕੋਈ ਰੋਡ ਮੈਪ ਦਿੱਤਾ ਹੈ ਜੀ ਵੀ ਇਹ ਜਿਹੜਾ 4 ਤੋਂ 5,000 ਕਰੋੜ ਰੁਪਏ ਦਾ ਮੈਂ ਖਜ਼ਾਨੇ ਤੇ ਜਿਹੜਾ ਬੋਝ ਪਾਉਣ ਜਾ ਰਿਹਾ ਇਹ ਮੈਂ ਜੀ ਫਲਾਣੀ ਥਾਂ ਤੋਂ ਲੈ ਕੇ ਆਊਂਗਾ? ਇਹ ਅਗਰ ਤਾਂ ਤੁਸੀਂ ਦੇਖੋ ਇਹ ਰੋਡ ਮੈਪਸ ਦੇ ਰਹੇ ਹੋ ਫਿਰ ਗੁੱਡ ਐਂਡ ਵੈਲ ਹੈ, ਇਸ ਤੋਂ ਅੱਛੀ ਕੋਈ ਗੱਲ ਨਹੀਂ। ਪਰ ਜੇ ਤੁਸੀਂ ਦੇ ਨਹੀਂ ਰਹੇ, ਸਿਰਫ ਵੋਟਾਂ ਲਈ ਮਤਲਬ ਤੁਸੀਂ ਇੱਦਾਂ ਦੀਆਂ ਅਨਾਊਂਸਮੈਂਟਸ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਇਹ ਕੁਝ ਬਹੁਤਾ ਫਰੂਟਫੁਲ ਨਹੀਂ ਹੈ। ਔਰ ਇਹ ਜ਼ਿਆਦਾ ਬਾਕੀ ਲੋਕ ਕਿੰਨੇ ਇਸ ਨੂੰ ਉਹ ਕਰਦੇ ਹੈ, ਮਤਲਬ
ਇਸ ਤੇ ਕਿੰਨਾ ਵਿਸ਼ਵਾਸ ਕਰਦੇ ਆ ਇਸ ਗੱਲ ਦੇ ਉੱਤੇ ਹੈ, ਕਿਉਂਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਤਾਂ ਅਗਰ ਤੁਸੀਂ ਦੇਖਿਆ ਹੋਣਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ ਸਾਰਾ ਕਰਜ਼ ਮਾਫ ਕਰ ਦਾਂਗੇ, ਠੀਕ ਹੈ। ਬਾਅਦ 'ਚ ਉਹਨਾਂ ਨੇ ਕਿਹਾ ਜੀ ਨਹੀਂ, ਸਾਡੇ ਕੋਲ ਇੰਨੀ ਮਤਲਬ ਸਾਡਾ ਖਜ਼ਾਨਾ ਅਲਾਉ ਨਹੀਂ ਕਰ ਰਿਹਾ, ਤਾਂ ਅਸੀਂ ਸਿਰਫ 2 ਲੱਖ ਮਤਲਬ ਤੱਕ ਦਾ ਜਿਹੜਾ ਕਰਜ਼ਾ ਹੈ, ਉਹ ਵੀ 5 ਏਕੜ ਤੱਕ ਦੇ ਕਿਸਾਨਾਂ ਦਾ, ਜਿਹੜਾ ਸਰਕਾਰੀ ਬੈਂਕਾਂ ਤੋਂ ਲਿੱਤਾ ਹੋਇਆ ਉਹੀ ਮਾਫ ਕਰਾਂਗੇ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਉਹ ਤੁਸੀਂ 80,000 ਕਰੋੜ ਰੁਪਏ ਜਿਹੜਾ ਲੋਨ ਮਾਫ ਕਰਨ ਦੀ ਗੱਲ ਕਰ ਰਹੇ ਸੀ, ਉਹ ਤੁਹਾਡਾ ਘਟ ਕੇ 5,000 ਕਰੋੜ ਤੇ ਰਹਿ ਗਿਆ। ਤਾਂ ਲੋਕ ਫਿਰ ਇਹਦੇ ਨਾਲ ਫੈਡ ਅਪ ਹੋ ਜਾਂਦੇ ਆ, ਮਤਲਬ ਲੋਕ ਵਿਸ਼ਵਾਸ ਨਹੀਂ ਕਰਦੇ ਜਿਹੜਾ ਤੁਸੀਂ ਫਿਰ ਕੋਈ ਵੀ ਅਨਾਊਂਸਮੈਂਟਸ ਕਰੋਗੇ, ਲੋਕਾਂ ਨੇ ਪਹਿਲਾਂ ਵੀ ਇਹਨੇ ਕੀਤੀ ਸੀ, ਕੋਈ ਦਿੰਦਾ ਦੁੰਦਾ ਹੈ ਨਹੀਂ ਹੈ। ਸੋ ਮੈਨੂੰ ਇਹ ਲੱਗ ਰਿਹਾ ਹੈ ਵੀ ਇਹ ਵੀ ਸਾਰੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਉਸੇ ਤਰੀਕੇ ਦੀਆਂ ਹੋ ਰਹੀਆਂ ਨੇ। ਇਹਨਾਂ 'ਚ ਜਦ ਤੱਕ ਕੋਈ ਰੋਡ ਮੈਪ ਨਹੀਂ ਆ ਰਿਹਾ ਆਮਦਨ ਦਾ ਨਾਲ, ਮੈਂ ਸਮਝਦਾ ਕਿ ਇਹ ਜਿਹੜੀਆਂ ਜਿੰਨੀਆਂ ਵੀ ਹੋ ਰਹੀਆਂ ਨੇ ਅਨਾਊਂਸਮੈਂਟ, ਉਹ ਸਿਰਫ ਐਲਾਨ ਨੇ। ਤੁਸੀਂ ਦੇਖਿਓ ਜਸਟ 1 ਮਹੀਨਾ ਹੋਰ ਗੁਜ਼ਰ ਜਾਣ ਦਿਓ, ਜਿਸ ਦਿਨ ਕੋਡ ਆਫ ਕੰਡਕਟ ਲੱਗ ਗਿਆ ਉਸੇ ਦਿਨ ਹੀ ਤੁਸੀਂ ਦੇਖੋਗੇ ਕਿ ਸਾਰੀਆਂ ਹੀ ਜਿੰਨੀਆਂ ਐਲਾਨ ਹੋਏ ਨੇ ਸਾਰਿਆਂ ਤੇ ਹੀ ਰੋਕ ਲੱਗ ਜਾਣੀ ਹੈ। ਇਹ ਸਿਰਫ ਔਰ ਸਿਰਫ ਜਦ ਤੱਕ ਨਹੀਂ ਲੱਗ ਰਿਹਾ, ਮਤਲਬ ਕੋਡ ਆਫ ਕੰਡਕਟ ਨਹੀਂ ਲੱਗ ਰਿਹਾ, ਉਦੋਂ ਤੱਕ ਹੀ ਇਹ ਐਲਾਨ ਚੱਲਣਗੇ। ਹਾਂ ਸਰ, ਅੱਜ ਪਟਿਆਲੇ ਦੇ ਵਿੱਚ ਹੀ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਲੱਖਾ ਸਿਧਾਣਾ ਵੀ ਉੱਥੇ ਪਹੁੰਚੇ ਹੋਏ ਸਨ, ਤਾਂ ਉਹਨਾਂ ਨੂੰ ਪਹਿਲਾਂ ਹੀ ਪੁਲਿਸ, ਜੋ ਪਟਿਆਲਾ ਪੁਲਿਸ, ਉਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋਣਗੇ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ? ਦੇਖੋ, ਲੱਖਾ ਸਿਧਾਣਾ ਨਾ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦਾ ਜਾਂ ਪੰਜਾਬੀ ਨੂੰ ਉਹਦਾ ਬਣਦਾ ਮਾਣ ਦਰਜਾ ਦਿਵਾਉਣ ਲਈ ਕੰਮ ਕਰ ਰਹੇ ਨੇ। ਤੁਸੀਂ ਦੇਖਿਆ ਹੁਣ ਉਹਨਾਂ ਨੇ ਰੋਡ ਦੇ ਨਾਲ ਜਿਹੜੇ ਮਤਲਬ ਮੀਲ ਪੱਥਰ ਸੀ, ਉਹਨਾਂ 'ਤੇ ਜੇ ਹਿੰਦੀ ਲਿਖੀ ਹੈ ਜਾਂ ਅੰਗਰੇਜ਼ੀ ਲਿਖੀ ਹੈ, ਉਹਨਾਂ ਨੂੰ ਮਿਟਾ ਕੇ ਉਹਨਾਂ ਨੇ ਪੰਜਾਬੀ 'ਚ ਕੀਤਾ ਸੀਗਾ। ਅਤੇ ਮੈਨੂੰ ਲੱਗਦਾ ਵੀ ਸ਼ਾਇਦ ਵੀ ਇੱਕ ਕਾਰਨ ਇਹ ਹੋਏ ਉਹਨਾਂ ਨੂੰ ਅਰੈਸਟ ਕਰਨ ਦਾ, ਵੀ ਕਿਤੇ ਆ ਕੇ ਉਹ ਉੱਥੇ ਖਲਲ ਨਾ ਪਾਉਣ। ਇੱਕ ਤਾਂ ਇੱਕ ਕਾਰਨ ਹੋ ਸਕਦਾ ਹੈ। ਦੂਸਰਾ, ਉਹ ਪਿਛਲੇ 1 ਸਾਲ ਤੋਂ ਖੇਤੀ ਅੰਦੋਲਨ ਦੇ ਨਾਲ ਵੀ ਉਨਾ ਹੀ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਹੈ, ਤਾਂ ਹੋ ਸਕਦਾ ਕਿ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਦਿਮਾਗ 'ਚ ਹੋਏ ਸਰਕਾਰ ਦੀ ਗੱਲ ਕਿ ਇਹ ਇੱਥੇ ਆ ਕੇ ਜਿਹੜਾ ਸੀਐਮ ਦਾ ਪ੍ਰੋਗਰਾਮ ਹੈ ਉਹਨੂੰ ਖਰਾਬ ਕਰ ਸਕਦਾ। ਅਤੇ ਮੈਨੂੰ ਇਹ 2-3 ਕਾਰਨ ਹੀ ਲੱਗਦੇ, ਕੋਈ ਮੈਨੂੰ ਜ਼ਿਆਦਾ ਤਾਂ, ਕਿਉਂਕਿ ਇਸ ਤੋਂ ਇਲਾਵਾ ਤਾਂ ਕੋਈ ਇੱਦਾਂ ਦਾ ਕੋਈ ਕਾਰਨ ਹੈ ਨਹੀਂ ਹੈ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਏ। ਆਲਰੇਡੀ ਪਹਿਲਾਂ ਵੀ ਉਹਨੂੰ ਅਰੈਸਟ ਕੀਤਾ ਹੋਇਆ, ਕਈ ਵਾਰੀ ਅਰੈਸਟ ਕਰ ਚੁੱਕਿਆ ਉਹਨਾਂ ਨੂੰ, ਤਾਂ ਫਿਰ ਛੱਡਣਾ ਹੀ ਪੈਂਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਕੇਸ ਤਾਂ ਕੁਝ ਹੈ ਨਹੀਂ ਹੈ। ਤਾਂ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਇਹ 2 ਹੀ ਮੈਨੂੰ ਇੱਕ ਕਾਰਨ ਲੱਗਦੇ ਹੈ ਕਿ ਸੀਐਮ ਦਾ ਪ੍ਰੋਗਰਾਮ ਨਾ ਖਰਾਬ ਹੋਏ, ਇਸ ਕਰਕੇ ਉਹਨਾਂ ਨੇ ਪ੍ਰੀਵੈਂਟਿਵ ਜਾਂ ਇੱਕ ਅਰੈਸਟ ਉਹਨਾਂ ਦੀ ਕੀਤੀ ਹੋਣੀ, ਉਹ ਬਾਅਦ 'ਚ ਜਦੋਂ ਪ੍ਰੋਗਰਾਮ ਹੋ ਜਾਏਗਾ ਛੱਡ ਦੇਣਗੇ। ਹਾਂਜੀ ਸਰ, ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ ਕਿ ਆਪਣਾ ਈਡੀ ਵੱਲੋਂ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਵੱਲੋਂ ਆਪਣੇ ਫੇਸਬੁੱਕ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਇੱਕ ਸਵਾਲ ਪੁੱਛਿਆ ਕਿ 7 ਸਾਲ ਜੇਕਰ ਗੱਲ ਕੀਤੀ ਜਾਵੇ ਤਾਂ ਬੀਜੇਪੀ ਦੀ ਕਿਸੇ ਵੀ ਆਗੂ ਉੱਤੇ ਨਾ ਈਡੀ, ਨਾ ਇਨਕਮ ਟੈਕਸ ਜਾਂ ਕਿਸੇ ਵੀ ਹੋਰ ਆਪਣਾ ਇਨਵੈਸਟੀਗੇਸ਼ਨ ਵਾਲੀ ਟੀਮ ਨੇ ਉਹਨਾਂ ਦੇ ਉੱਤੇ ਆਪਣਾ ਕੋਈ ਵੀ ਆਪਣੀ ਛਾਪੇਮਾਰੀ ਨਹੀਂ, ਕੋਈ ਵੀ ਕੇਸ ਨਹੀਂ ਹੋਇਆ। ਇਸ ਬਾਰੇ ਕੀ ਕਹੋਗੇ? ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹਨਾਂ ਦਾ ਸਵਾਲ ਵੀ ਠੀਕ ਹੈ ਜੋ ਉਹਨਾਂ ਨੇ ਪੁੱਛਿਆ ਆਪਣੀ ਫੇਸਬੁੱਕ 'ਤੇ। ਪਿਛਲੇ ਅਗਰ 7 ਸਾਲ ਤੋਂ ਤੁਸੀਂ ਲਗਾਓ ਤਾਂ, ਜਾਂ ਉਸ ਤੋਂ ਪਹਿਲਾਂ ਵੀ ਲਗਾ ਲਓ, ਈਡੀ ਹੋਏ, CBI ਹੋਏ, ਇਨਕਮ ਟੈਕਸ ਹੋਏ, ਇਹ ਸਾਰੇ ਹੀ ਜਿਹੜੇ ਹੈਗੇ ਗਵਰਨਮੈਂਟ ਆਫ ਇੰਡੀਆ ਦੇ ਟੂਲਸ ਹੁੰਦੇ ਇੱਕ ਤਰ੍ਹਾਂ ਦੇ, ਜਿਹਦੀ ਵੀ ਸਰਕਾਰ ਹੁੰਦੀ ਆ ਉਹਦੇ ਹੀ ਟੂਲਸ ਹੁੰਦੇ ਆ, ਔਰ ਲੋਕ ਸਰਕਾਰਾਂ ਨੂੰ ਵਰਤਦੀਆਂ ਨੇ। ਤਾਂ ਹੁਣ ਦੇਖੋ, ਜਦੋਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ BJP ਦੀ ਸਰਕਾਰ ਹੈ, ਨੈਚੁਰਲੀ ਹੈ ਕਿ ਫਿਰ BJP ਦਾ ਤਾਂ ਕੋਈ ਬੰਦਾ ਸਾਰੇ ਫਿਰ ਉਹ ਦੁੱਧ ਧੋਤੇ ਹੀ ਨਜ਼ਰ ਆਉਣਗੇ ਉਹਨਾਂ ਨੂੰ, ਉਹਨਾਂ 'ਤੇ ਤਾਂ ਕੋਈ ਕਾਰਵਾਈ ਨਹੀਂ ਹੋਏਗੀ। ਇਹ ਠੀਕ ਹੈ ਕਿ ਗਵਰਨਮੈਂਟ ਇਸ ਟੂਲ ਨੂੰ ਓਪੋਜੀਸ਼ਨ ਦੇ ਉੱਤੇ ਵੀ ਵਰਤਦੀ ਹੈ। ਹੁਣ ਵੀ ਜਦੋਂ ਲਖੀਮਪੁਰ, ਇੱਕ ਪੂਰੀ ਚਰਚਾ ਹੈ ਇਸ ਟਾਈਮ ਕਿ ਲਖੀਮਪੁਰ ਖੀਰੀ ਕੇਸ ਦੀ ਜਿਹੜੀ ਜਾਂਚ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ, ਉਹਦੇ ਵਿੱਚ ਇੱਕ ਜਸਟਿਸ ਨੇ ਇਹ ਪ੍ਰਪੋਜ਼ਲ ਦਿੱਤੀ ਸੀ ਉੱਥੇ ਕਿ ਜੀ ਇਹਦੀ ਜਾਂਚ UP ਤੋਂ ਬਾਹਰ ਦੇ ਕਿਸੇ ਜੱਜ ਤੋਂ ਕਰਾਈ ਜਾਏ, ਉਹਦੀ ਦੇਖ ਰੇਖ 'ਚ ਕਰਾਈ ਜਾਏ। ਤਾਂ ਉਹਨਾਂ ਨੇ ਜੋ ਨਾਂ 2 ਪ੍ਰਪੋਜ਼ ਕੀਤੇ ਸੀ, ਉਹਨਾਂ 'ਚੋਂ ਇੱਕ ਨਾਂ ਜਿਹੜਾ ਹੈਗਾ ਉਹ ਸੁਖਪਾਲ ਖਹਿਰਾ ਹੋਰਾਂ ਦੇ ਜੀਜਾ ਜੀ ਦਾ ਹੈ, ਜਸਟਿਸ ਰਣਜੀਤ ਸਿੰਘ ਦਾ ਨਾਂ ਦਿੱਤਾ ਸੀ ਉਹਨਾਂ ਨੇ। ਤਾਂ ਤੁਸੀਂ ਦੇਖੋ ਵੀ ਜਿਸ ਦਿਨ ਉਹ ਨਾਂ ਦਿੰਦੇ ਹੈ ਉਸੇ ਦਿਨ ਹੀ ਅਗਲੇ ਦਿਨ ਈਡੀ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ। ਤਾਂ ਮੈਂ ਨਹੀਂ ਕਹਿੰਦਾ ਵੀ ਇਹ ਸਹੀ ਹੋਇਆ ਹੋਊਗਾ, ਅਗਰ ਹੋ ਸਕਦਾ ਕੋਇਨਸੀਡੈਂਸ ਹੋਏ ਇਹ ਇਹਨਾਂ ਨੂੰ ਅਰੈਸਟ ਕਰ ਲਿਆ, ਪਰ
ਰਾਜਨੀਤਿਕ ਹਲਕਿਆਂ ਦੇ ਵਿੱਚ ਪੂਰੀ ਚਰਚਾ ਇਹ ਸੀ ਕਿ ਜਸਟਿਸ ਰਣਜੀਤ ਸਿੰਘ ਦੇ ਉੱਤੇ ਦਬਾਅ ਬਣਾਈ ਰੱਖਣ ਵਾਸਤੇ ਇਹ ਕਾਰਵਾਈ ਕੀਤੀ ਗਈ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਟੂਲਸ ਹੁੰਦੇ ਆ, ਮਤਲਬ ਈਡੀ ਹੋਇਆ ਚਾਹੇ ਇਨਕਮ ਟੈਕਸ ਹੋਇਆ, ਇਹ ਅੱਜ ਦੀ ਡੇਟ ਦੇ ਵਿੱਚ ਬਿਲਕੁਲ ਵੀ ਚਲੋ ਨਿਸ਼ਪਕਸ਼ ਨਹੀਂ ਹੈ। ਸਰਕਾਰਾਂ ਇਹਨੂੰ ਆਪਣੇ ਫਾਇਦੇ ਨੁਕਸਾਨ ਵਾਸਤੇ ਜਿਸ ਤਰ੍ਹਾਂ ਦਾ ਵੀ ਹੈਗਾ ਉਹਦੇ ਲਈ ਵਰਤਦੀਆਂ ਨੇ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।